ਮੈਂ ਕਹਿੰਦਾ ਕਿ ਜਿਹੜੇ ਸਾਡੇ ਮੰਤਰੀ ਨੇ, ਜਿਹੜੇ ਸਾਡੇ ਮਿਨਿਸਟਰ ਨੇ, ਵਜ਼ੀਰ ਆਜ਼ਮ ਨੇ, ਜਾਂ ਸਾਡਾ ਜਿਹੜਾ ਸਦਰ ਹੈ, ਉਹਨਾਂ ਨੂੰ ਚਾਹੀਦਾ ਕਿ ਉਹ ਇਹਦੇ ਤੇ ਇੱਕ ਡਾਇਰੈਕਟਿਵ ਤੇ ਜਾਰੀ ਕਰਨ, ਨਾ ਇੱਕ ਆਰਡਰ ਜਾਰੀ ਕਰ ਦੇਣ। ਉਹ ਜਿੱਥੇ ਵੀ ਬੱਚਾ ਜਿਹੜਾ ਆਪਰੇਸ਼ਨ ਨਾਲ ਪੈਦਾ ਹੋਏਗਾ ਉਹਦੀ ਫੀਸ ਤੇ ਜਿਹੜਾ ਨਾਰਮਲ ਹੋਏਗਾ ਉਹਦੀ ਇੱਕ ਫੀਸ ਤੈਅ ਕਰ ਦਈਏ। ਕਿਸੇ ਵੀ ਜਗ੍ਹਾ ਤੇ ਅੱਜ ਤੱਕ ਕੋਈ ਵੀਡੀਓ, ਕੋਈ ਚੀਜ਼ ਵਾਇਰਲ ਹੋਈ ਹੈ ਕਿ ਫਲਾਣੇ ਜਾਨਵਰ ਦਾ ਸਜੇਰੀਅਨ ਹੋਇਆ, ਉਹਦਾ ਆਪਰੇਸ਼ਨ ਨਾਲ ਬੱਚਾ ਪੈਦਾ ਹੋਇਆ? ਫਿਰ ਉਤੋਂ ਸਾਡੀਆਂ ਅੱਜ ਦੀਆਂ ਔਰਤਾਂ ਨੇ ਇੱਕੋ ਜਿਹੜਾ ਨਾ ਉਹ ਬਣ ਗਿਆ, ਵੀ ਇੱਕ ਫੈਸ਼ਨ ਬਣ ਗਿਆ ਕਿ ਉਹ ਆਂਦੀ ਹੈ ਲੈ ਟੀਕਾ ਲਵਾ ਕੇ ਤੇ ਦਰਦਾਂ ਫਰੀ। ਤੇ ਫਿਰ ਉੱਥੇ ਮੈਂ ਜਦੋਂ ਤੁਹਾਡੇ ਨਾਲ ਪੋਡਕਾਸਟ ਕਰਨਾ ਸੀ ਤੇ ਮੈਂ ਇਸੇ ਟੌਪਿਕ ਤੇ ਕਰਨਾ ਸੀ ਨਾ। ਵੈਸੇ ਤੇ ਮੈਂ ਇਹਦਾ ਕੰਪੈਰੀਜ਼ਨ ਕੀਤਾ ਵੈਸੇ ਕਿ ਜਿਹੜੀਆਂ ਇੱਥੇ ਪੰਜਾਬ ਦੀਆਂ ਖਵਾਤੀਨ ਨੇ ਉਹ ਇਹ ਜ਼ੱਚਾ ਬੱਚੇ ਦੇ ਮਾਮਲੇ 'ਚ ਜਿਹੜਾ ਨਾ ਉਹਨਾਂ ਨੂੰ ਇੰਨਾ ਇਲਮ ਨਹੀਂ ਹੈਗਾ। ਲੇਕਿਨ ਇੰਡੀਅਨ ਪੰਜਾਬ ਦੇ ਵਿੱਚ ਔਰਤ ਕਾਫੀ ਬਾਸ਼ਊਰ ਹੈ, ਉਹਨੂੰ ਬਹੁਤ ਸਾਰੀ ਚੀਜ਼ਾਂ ਦੀ ਜਿਹੜਾ ਨਾ ਫੈਸਿਲਿਟੀਜ਼ ਵੀ ਹੈਗੀਆਂ ਨੇ ਔਰ ਉਹਨਾਂ ਦਾ ਪ੍ਰੋਪਰ ਇੱਕ ਸਿਸਟਮ ਹੈਗਾ ਬਾਨਿਸਬਤ ਇੱਥੇ ਦੇ ਪੰਜਾਬ ਦੇ। ਇੱਥੇ ਲੋਕਾਂ ਨੂੰ ਨਹੀਂ ਕੋਈ ਚੀਜ਼ਾਂ ਦਾ ਪਤਾ ਹੈਗਾ। ਇਹ ਗੱਲ ਦਰੁਸਤ ਹੈ? ਦੇਖੋ ਫੈਸਿਲਿਟੀਜ਼ ਦੇ ਮਾਮਲੇ 'ਚ ਅਗਰ ਦੇਖਿਆ ਜਾਏ, ਫੈਸਿਲਿਟੀ ਦੇ ਮਾਮਲੇ 'ਚ ਠੀਕ ਹੈ, ਉਹ ਐਜੂਕੇਸ਼ਨ ਦੀ ਵੀ ਬੜੀ ਲੋੜ ਹੈ ਨਾ ਸਾਡੇ। ਹਾਂ, ਇੱਥੇ ਤੇ ਆਵੇ ਜੋ ਡਾਕਟਰ ਕਹੀ ਜਾਂਦਾ ਅਸੀਂ ਉਹ ਮੰਨੀ ਜਾਂਦੇ। ਗੱਲ ਇਹ ਕਿ ਇਹ ਜਿਹੜੇ ਬੱਚੇ ਪੈਦਾ ਹੋ ਰਹੇ ਨੇ ਨਾ, ਇਹਦਾ ਇੱਕੋ ਹੀ ਹੱਲ ਹੈ ਕਿ ਜਿਹੜੇ ਆਪਰੇਸ਼ਨ ਨਾ ਕਰੀ ਜਾ ਰਹੇ ਨੇ ਡਾਕਟਰ ਕਹਿੰਦਾ ਅੱਜ ਉਹ ਮਾਂ ਨਹੀਂ ਰਹੀ, ਅੱਜ ਉਹ ਮਾਹੌਲ ਨਹੀਂ ਰਿਹਾ, ਅੱਜ ਉਹ ਖੁਰਾਕਾਂ ਨਹੀਂ ਰਹੀਆਂ, ਠੀਕ ਹੈ ਨਾ। ਉਹ ਇਹਦਾ ਸਹਾਰਾ ਲੈਂਦਾ ਇਸ ਗੱਲ ਦਾ, ਉਹ ਇਹਦੇ ਤੇ ਬਲੇਮ ਪਾਉਂਦਾ, ਇਹਦੇ ਉੱਤੇ ਬਲੇਮ ਕਰਕੇ ਤੇ ਉਹ ਆਪਣਾ ਫਾਇਦਾ ਚੁੱਕ ਰਿਹਾ। ਮੈਂ ਕਹਿੰਦਾ ਕਿ ਜਿਹੜੇ ਸਾਡੇ ਮੰਤਰੀ ਨੇ, ਜਿਹੜੇ ਸਾਡੇ ਮਿਨਿਸਟਰ ਨੇ, ਵਜ਼ੀਰ ਆਜ਼ਮ ਨੇ, ਜਾਂ ਸਾਡਾ ਜਿਹੜਾ ਸਦਰ ਹੈ, ਉਹਨਾਂ ਨੂੰ ਚਾਹੀਦਾ ਕਿ ਉਹ ਇਹਦੇ ਤੇ ਇੱਕ ਡਾਇਰੈਕਟਿਵ ਤੇ ਜਾਰੀ ਕਰਨ, ਨਾ ਇੱਕ ਆਰਡਰ ਜਾਰੀ ਕਰ ਦੇਣ ਕਿ ਕੱਲ ਤੋਂ ਜਿੱਥੇ ਵੀ ਪੂਰੇ ਮਤਲਬ ਜਗ੍ਹਾ ਤੇ, ਚਾਹੇ ਉਹ ਗਵਰਨਮੈਂਟ ਦੀ ਹੋਵੇ ਜਾਂ ਪ੍ਰਾਈਵੇਟ ਹੋਵੇ, ਉਹ ਜਿੱਥੇ ਵੀ ਬੱਚਾ ਜਿਹੜਾ ਆਪਰੇਸ਼ਨ ਨਾਲ ਪੈਦਾ ਹੋਏਗਾ ਉਹਦੀ ਫੀਸ ਤੇ ਜਿਹੜਾ ਨਾਰਮਲ ਹੋਏਗਾ ਉਹਦੀ ਇੱਕ ਫੀਸ ਤੈਅ ਕਰ ਦਈਏ। ਜਿਹੜਾ ਨਾਰਮਲ ਹੋਏਗਾ ਨਾ, ਬਗੈਰ ਆਪਰੇਸ਼ਨ ਤੋਂ ਜਿਹੜਾ ਬੱਚਾ ਜੰਮਿਆ ਜਾਏਗਾ ਜਾਂ ਜੰਮੇਗਾ, ਉਹਦੀ ਫੀਸ ਜਿਹੜੀ ਹੈ ਉਹ ਡਾਕਟਰ ਨੂੰ ਦੇਣੀ ਪਏਗੀ ਤੁਹਾਨੂੰ 20,000 ਰੁਪਈਆ। ਅੱਛਾ। ਤੇ ਜਿਹੜਾ ਡਾਕਟਰ ਆਪਰੇਸ਼ਨ ਨਾਲ ਬੱਚਾ ਪੈਦਾ ਕਰੇਗਾ, ਚਾਹੇ ਉਹ ਗਵਰਨਮੈਂਟ 'ਚ ਹੋਵੇ ਜਾਂ ਪ੍ਰਾਈਵੇਟ 'ਚ ਹੋਵੇ, ਜਿੱਥੇ ਮਰਜ਼ੀ ਹੋਵੇ, ਉਹਦੀ ਫੀਸ ਤੁਸੀਂ ਰੱਖ ਦਿਓ ਸਿਰਫ 5,000 ਰੁਪਇਆ। ਤੇ ਮੈਨੂੰ ਤੁਸੀਂ ਦੱਸੋ ਕੱਲ ਤੋਂ ਨਾਰਮਲ ਜੰਮਣਗੇ ਜਾਂ ਆਪਰੇਸ਼ਨ ਨਾਲ? ਨਾਰਮਲ। ਕਿਉਂ? ਪੈਸੇ ਦੀ ਗੇਮ। ਉਹ ਕਹੇਗਾ 20,000 ਰੁਪਇਆ ਲੈ ਕੇ ਆਰਾਮ ਨਾਲ ਇਹਨੂੰ ਆਪੇ ਤੜਪਣ ਲੈਣ ਦਿਓ ਤੇ ਇਹਨੇ ਆਪੇ ਪੈਰ ਪੂਰ ਮਾਰ ਕੇ ਬੱਚਾ ਜੰਮ ਲੈਣਾ। ਸਹੀ ਨਹੀਂ ਤੜਫਣਾ, ਸਹੀ ਨਹੀਂ ਤੇ ਬਹੁਤ ਅੱਛਾ ਨਾ। ਉਹ ਬਹੁਤ ਅੱਛਾ ਹੈ। ਫਿਤਰੇ ਦੀ ਔਰ ਫਿਤਰਤ ਦਾ ਤੇ ਨੇਚਰ ਦਾ ਜਿਹੜਾ ਅਸਲ ਅਮਲ ਹੈ, ਇੱਕ ਤੇ ਉਹ ਵੇਖਣਾ ਚਾਹੀਦਾ। ਇਹ ਕੀ ਹੋਇਆ ਕਿ ਰੀੜ ਦੀ ਹੱਡੀ 'ਚ ਟੀਕਾ ਲਾ ਦੋ ਤੇ ਉਹਨੂੰ ਉਹਦੇ ਲਈ ਮਸਲੇ ਪੈਦਾ ਕਰ ਦੋ। ਡਾਕਟਰ ਕਹਿੰਦੇ ਭਾਈ ਬੱਚਾ ਬਚ ਨਹੀਂ ਸਕਦਾ, ਏਦਾਂ ਕਿੱਦਾਂ ਨਹੀਂ ਬਚ ਸਕਦਾ ਜੀ? ਇਹ ਮਸਲਾ ਬਣ ਗਿਆ, ਪੁੱਠਾ ਹੋ ਗਿਆ, ਇੰਜ ਹੋ ਗਿਆ, ਉਹ ਇਹ ਕਹਿੰਦਾ ਨਾ। ਤੇ ਅੱਜ ਜਿਹੜਾ ਖਰਗੋਸ਼ ਹੈ, ਉਹ ਜਿਹੜੀ ਖਰਗੋਸ਼ ਹੈ ਮਾਦਾ, ਉਹ ਅੱਜ ਵੀ ਹਰ ਚੰਨ ਦੇ ਚੰਨ 12, 14, 16 ਬੱਚੇ ਪੈਦਾ ਕਰਦੀ ਹੈ। ਉਹਦੇ ਅੱਗੇ ਕਿਹੜਾ ਇੰਜਨ ਲੱਗਾ ਰੇਲ ਗੱਡੀ ਦੀ ਲਾਈਨ ਵਾਂਗੂ, ਜਿਹੜਾ ਉਹ ਪਿੱਛੇ ਆਇਆ ਸਾਰੇ ਮਗਰ ਲੱਗੇ ਆਉਂਦੇ 16 ਜਣੇ। ਹੁਣ ਇਹ ਦੱਸੋ ਨਾ, ਉੱਤੇ ਕਿਹੜਾ ਇੰਜਨ ਲੱਗਾ ਕਿ ਉਹ ਟ੍ਰੇਨ ਦੀ ਪਟੜੀ ਹੈ ਪਿੱਛੇ। ਮੈਨੂੰ ਇਮੇਜਿਨ ਹੋ ਗਿਆ। ਹਾਂ, ਉਹ ਸਾਰੇ ਪਿੱਛੇ ਉਹਦੇ ਲੱਗੇ ਆਉਂਦੇ ਨੇ, ਸਾਰੇ ਹੀ ਉਲਟੇ ਪੁਲਟੇ ਨੇ। ਉਹਦੇ ਅੰਦਰ ਵੀ ਛੋਟਾ ਜਿਹਾ ਖਰਗੋਸ਼ ਹੈ, ਇੰਨੀ ਕਿ ਜੀ ਵਿਚਾਰੀ ਉਹਦਾ ਪੇਟ ਹੈ। ਕਿ ਹੁਣ ਵੀ ਐਵੇਂ ਹੋ ਸਕਦਾ ਹੈ? ਸਰ ਮੈਨੂੰ ਇਹ ਦੱਸੋ, ਤੁਸੀਂ ਜ਼ਰਾ ਜਿਹੜੇ ਮੀਡੀਆ ਵਾਲੇ ਲੋਕ, ਤੁਸੀਂ ਸਰਚ ਕਰਕੇ ਵੇਖ ਲਓ ਨਾ ਕਿ ਪੂਰੀ ਦੁਨੀਆ 'ਚ ਕਿਧਰੇ ਵੀ ਬੇਸ਼ੁਮਾਰ ਡੰਗਰਾਂ ਦੇ ਡਾਕਟਰ ਹੈਗੇ, ਵੈਟਰਨਰੀ ਡਾਕਟਰ, ਡੰਗਰ ਡਾਕਟਰ ਹੈਗੇ। ਉਹਨਾਂ ਦੇ ਹਸਪਤਾਲ ਵੀ ਹੈਗੇ, ਉਹਨਾਂ ਦੀਆਂ ਡਿਸਪੈਂਸਰੀਆਂ ਵੀ ਹੈਗੀਆਂ ਨੇ, ਉਹਨਾਂ ਦੀਆਂ ਯੂਨੀਵਰਸਿਟੀਆਂ ਵੀ ਹੈਗੀਆਂ ਨੇ, ਕਾਲਜ ਵੀ ਹੈਗੇ ਨੇ, ਬੰਦੇ ਪਏ ਨੇ ਨਾ। ਤੇ ਤੁਸੀਂ ਜ਼ਰਾ ਪੂਰੀ ਦੁਨੀਆ 'ਚ ਕਿਧਰੇ ਸਰਚ ਮਾਰ ਕੇ ਵੇਖੋ ਕਿ ਅੱਜ ਤੱਕ ਕਦੀ ਕਿਸੇ ਵੀ ਔਰਤ ਨੂੰ ਕੱਢ ਕੇ, ਇੱਕ ਔਰਤ ਸਿਰਫ ਬੱਚੇ ਪੈਦਾ ਨਹੀਂ ਕਰਦੀ, ਉਹਦੇ ਤੋਂ ਇਲਾਵਾ ਕਿੰਨੀ ਮਖਲੂਕ ਹੈ ਅੱਲਾ ਦੀ ਜਿਹੜੀ ਬੱਚੇ ਪੈਦਾ ਕਰਦੀ ਹੈ। ਤੇ ਤੁਸੀਂ ਮੈਨੂੰ ਦੱਸੋ ਕਿ ਕਿਸੇ ਵੀ ਜਗ੍ਹਾ ਤੇ ਅੱਜ ਤੱਕ ਕੋਈ ਵੀਡੀਓ, ਕੋਈ ਚੀਜ਼ ਵਾਇਰਲ ਹੋਈ ਹੈ ਕਿ ਫਲਾਣੇ ਜਾਨਵਰ ਦਾ ਸਜੇਰੀਅਨ ਹੋਇਆ, ਉਹਦਾ ਆਪਰੇਸ਼ਨ ਨਾਲ ਬੱਚਾ ਪੈਦਾ ਹੋਇਆ? ਤੇ ਜੇ ਉਹਦਾ ਅੱਜ ਵੀ ਹੋ ਸਕਦਾ ਤੇ ਤੁਹਾਡਾ ਵੀ ਸਕਦਾ ਹੈ ਤੇ ਸਾਡਾ ਵੀ ਹੋ ਸਕਦਾ ਹੈ। ਲੇਕਿਨ ਉਹਦੇ 'ਚ ਇੱਕ ਜਿਹੜਾ ਰੋਂਗ ਨੰਬਰ ਜਿਹੜਾ ਚੱਲ ਰਿਹਾ ਨਾ, ਜਿਹੜਾ ਡਾਕਟਰ ਚਲਾ ਰਿਹਾ, ਉਹਨੂੰ ਸਮਝਣਾ ਪਏਗਾ। ਤੇ ਸਾਨੂੰ ਉਹ ਪੰਜਾਬ ਇਹ ਹੋਵੇ ਜਾਂ ਉਹ ਵਾਲਾ ਹੋਵੇ, ਦੋਵਾਂ ਪਾਸਿਆਂ ਦਾ ਸਾਨੂੰ ਇੱਕ ਗੱਲ ਜਿਹੜੀ ਨਾ ਉਹ ਅੱਜ ਦੀ ਔਰਤ ਨੂੰ ਸਮਝਾਉਣੀ ਪਏਗੀ। ਉਹ ਇਹ ਵੇ ਕਿ ਜਦੋਂ ਤੁਸੀਂ ਆਪਣੇ ਡਾਕਟਰ ਜਾਂ ਲੇਡੀ ਡਾਕਟਰ ਕੋਲ ਜਾਂਦੇ ਹੋ ਤੇ ਉਹ ਤੁਹਾਨੂੰ ਜਾਂਦੇ ਹੀ ਪੁੱਛਦਾ ਕਿ ਤੁਹਾਨੂੰ ਇਹ ਜਿਹੜੇ ਪੀਰੀਅਡ ਸੀ ਉਹ ਕਦੋਂ ਆਏ ਸਨ, ਜਿਹਨੂੰ LMP ਕਹਿੰਦਾ, ਲਾਸਟ ਮੈਂਸਸ ਪੀਰੀਅਡ ਡੇਟ, ਉਹ ਤੁਹਾਡੀ ਕਿਹੜੀ ਸੀ? ਉਹ ਔਰਤ ਕਹਿੰਦੀ ਹੈ ਫਰਜ਼ ਕਰੋ ਕਿ ਜੀ ਮੈਨੂੰ ਪਿਛਲੇ ਮਹੀਨੇ ਦੀ 20 ਤਾਰੀਖ ਨੂੰ ਆਏ ਸੀ। ਤੇ ਉਹ ਕਹਿੰਦੇ ਚਲੋ ਇਸ ਮਹੀਨੇ ਦੀ 20 ਤਰੀਕ ਨੂੰ ਆਣੇ ਸੀ, ਨਹੀਂ ਆਏ। ਤੇ ਅੱਜ ਕੀ ਹੋ ਗਈ ਹੈ? ਅੱਜ ਹੋ ਗਈ ਹੈ 27।
ਉਹ ਕਹਿੰਦਾ ਠੀਕ ਹੈ ਜੀ ਟੈਸਟ ਕਰਾ ਲਓ, ਪਿਸ਼ਾਬ ਟੈਸਟ ਕਰਾਇਆ ਤੇ ਰਿਪੋਰਟ ਆ ਗਈ ਕਿ ਪੋਜ਼ਿਟਿਵ, ਤੇ ਬੱਲੇ ਬੱਲੇ ਬਈ, ਤੇ ਮਿਠਾਈ ਖਵਾਓ ਬਈ, ਤੇ ਮੁਬਾਰਕਾਂ ਤੇ ਵਧਾਈਆਂ, ਕੀ ਹੋਇਆ ਜੀ ਤੁਹਾਡਾ ਹਮਲ ਹੋ ਗਿਆ, ਬੱਚਾ ਪੈਦਾ ਹੋਣਾ, ਹਮਲ ਠਹਿਰਿਆ, ਤੁਹਾਨੂੰ ਮੁਬਾਰਕ ਹੋਏ। ਉਹ ਕਹਿੰਦੇ ਠੀਕ ਹੈ। ਉਹ ਦੱਸਦਾ ਹੈ ਕਿ ਉਹ ਜਿਹੜੀ ਪਿਛਲੇ ਮਹੀਨੇ ਦੀ 20 ਤਾਰੀਖ ਤੋਂ ਆਏ ਸਨ ਤੇ ਇਸ ਮਹੀਨੇ ਦੀ 20 ਤੱਕ ਤੇ 1 ਮਹੀਨਾ ਹੋ ਗਿਆ, ਤੇ 20 ਤੋਂ ਅੱਗੇ 27, ਅੱਜ 27 ਹੈ ਤੇ ਇਹ 7 ਦਿਨ ਉੱਤੇ ਹੋ ਗਏ। ਉਹ ਤੁਹਾਨੂੰ ਕਹਿੰਦਾ ਕਿ 1 ਮਹੀਨਾ 7 ਦਿਨ ਦਾ ਤੁਹਾਡਾ ਹਮਲ ਹੋ ਗਿਆ। ਵੈਸੇ ਤਾਂ 7 ਦਿਨ ਦਾ ਹੋਇਆ ਨਹੀਂ, ਮੈਂ ਤੁਹਾਨੂੰ ਹੁਣੇ ਸਾਬਤ ਕਰਦਾ ਨਾ ਹੋਇਆ ਕੀ ਹੈ। ਉਹਨੇ ਔਰਤ ਦੀ ਤਾਰੀਖ ਆਉਣ ਦੀ ਪੁੱਛੀ ਹੈ। ਅੱਛਾ ਓਕੇ ਆਉਣ ਦੀ ਉਹਨੇ ਤਾਰੀਖ ਪੁੱਛੀ ਹੈ, ਤੇ ਉਹਦੇ ਤੋਂ ਅੱਗੇ ਉਹ EDD ਐਂਡ ਡਿਲੀਵਰੀ ਡੇਟ ਕਿ ਬੱਚਾ ਪੈਦਾ ਕਦੋਂ ਹੋਣਾ, ਉਹ ਉਹਦੇ ਤੇ ਬਹਿ ਕੇ ਕੱਢੀ ਜਾਂਦਾ, ਉਹਦੇ ਤੇ ਬਹਿ ਕੇ ਕੱਢਦਾ ਪਿਆ ਨਾ। ਉਹਨੇ ਆਉਣ ਦੀ ਤਾਰੀਖ ਪੁੱਛੀ ਹੈ, ਉਹਨੇ ਨਹਾਉਣ ਦੀ ਕਿਉਂ ਨਹੀਂ ਪੁੱਛੀ? ਆਉਣ ਚ ਤੇ ਨਹਾਉਣ ਚ ਕਿੰਨੇ ਦਿਨ ਨੇ? 1 ਹਫ਼ਤਾ ਤੇ ਹੈ ਨਾ। ਉਹ ਔਰਤ ਦੇ ਨਪਾਕੀ ਵਾਲਾ, ਉਹਦੇ ਹੈਜ਼ ਵਾਲਾ, ਉਹਦੇ ਪੀਰੀਅਡ ਵਾਲਾ, ਉਹਦੇ ਨਪਾਕੀ ਵਾਲਾ। ਤੇ ਮੈਨੂੰ ਇਹ ਦੱਸੋ, ਕੋਈ ਦੁਨੀਆ ਚ ਦੱਸ ਦੇਵੇ ਕਿ ਉਹ ਜਿਹੜਾ 1 ਹਫ਼ਤਾ ਉਹਦੇ ਨਪਾਕੀ ਵਾਲਾ ਜਿਹਦੇ ਚ ਉਹਨੂੰ ਕੱਪੜੇ ਆਏ ਨੇ, ਉਹਦੇ ਵਿੱਚ ਮੈਨੂੰ ਇਹ ਦੱਸੋ ਕਿ ਉਹਦੇ ਚ ਹਮਲ ਹੋ ਸਕਦਾ? ਕੁਡ ਬੀ ਪੋਸੀਬਲ। ਨਹੀਂ। ਰੀਅਲੀ? ਹਾਂ, ਕਿਵੇਂ ਹੋਏਗਾ? ਲੋਕੀ ਕਹਿੰਦੇ ਵੈਸੇ ਕਿ ਪੋਸੀਬਲ ਹੈ। ਕਿਸ ਤਰ੍ਹਾਂ? ਹੁਣ ਡਾਕਟਰ ਤਾਂ ਤੁਸੀਂ ਹੈ ਵੈਸੇ, ਲੇਕਿਨ ਮੈਂ ਤਾਂ ਸੁਣੀ ਸੁਣਾਈ ਗੱਲ ਕੀਤੀ, ਤੁਸੀਂ ਕਲੀਅਰ ਕਰ ਦਿਓ ਮੈਨੂੰ। ਕਲੀਅਰ ਮੈਂ ਕਰ ਦਿੰਦਾ ਕਿ ਉਹਦੇ ਚ ਮੀਆਂ ਬੀਵੀ ਜਿਹੜੇ ਨੇ ਇੱਕ ਦੂਜੇ ਦੇ ਲਾਗੇ ਹੀ ਨਹੀਂ ਗਏ ਤੇ ਹਮਲ ਕਿੱਥੋਂ ਜਾਣਾ? ਅਜ਼ਦਵਾਜੀ ਤਲਕ ਤੇ ਨਹੀਂ ਹੋਇਆ ਨਾ, ਤੇ ਫਿਰ ਹਮਲ ਕਿੱਥੋਂ ਜਾਣਾ? ਉਹ ਤੇ ਨਪਾਕੀ ਵਾਲਾ, ਹੈਜ਼ ਵਾਲਾ, ਪੀਰੀਅਡ ਵਾਲੇ ਜਿਹੜਾ 1 ਹਫ਼ਤਾ, ਉਹਦੇ ਚ ਕਿੱਥੋਂ ਜਾਣਾ? ਦੂਜੀ ਗੱਲ, ਅੱਗੋਂ ਮੈਡੀਕਲ ਸਾਇੰਸ ਇਹ ਆਂਦੀ ਹੈ ਕਿ ਜਦੋਂ ਉਹ ਔਰਤ ਨਹਾ ਕੇ ਪਾਕ ਹੋ ਗਈ ਤੇ ਉਸ ਤੋਂ ਬਾਅਦ ਉਹਨੂੰ 8 ਦਿਨ ਲੱਗੇ ਨੇ ਉਹਦੇ ਕਾਹਦੇ ਤੇ? ਉਹਦਾ ਅੰਡਾ ਬਣਨ ਚ, ਐਗ ਬਣਨ ਚ। ਉਹ ਐਗ ਬਣਨਾ ਹੈ ਓਵਰੀ ਦੇ ਚ, ਬੱਚਾ ਦਾਣੀ ਚ, ਤੇ ਉੱਥੋਂ ਫਲਾਪੀਅਨ ਟਿਊਬ ਦੇ ਜ਼ਰੀਏ ਥੱਲੇ ਜਾਣਾ ਯੂਟਰਸ ਚ, ਤੇ 8 ਦਿਨ ਉਹਦੇ ਤੇ ਲੱਗ ਜਾਣੇ। ਇਹਦਾ ਮਤਲਬ ਹੈ ਕਿ 8 ਦਿਨ ਉਹ ਨਪਾਕੀ ਵਾਲੇ, ਹੈਜ਼ ਵਾਲੇ, ਪੀਰੀਅਡ ਵਾਲੇ, ਤੇ 8 ਦਿਨ ਅੱਗੋਂ ਅੰਡਾ ਬਣਨ ਵਾਲੇ। ਇਹਦਾ ਮਤਲਬ ਹੈ 16 ਦਿਨ ਤੇ ਉਹ ਡਾਕਟਰ ਜਿਹੜਾ ਅੱਜ ਦਾ ਉਹ ਸਾਨੂੰ ਰੋਂਗ ਨੰਬਰ ਕਰੀ ਜਾਂਦਾ ਉਹਦੇ ਚ। ਉਹ 16 ਦਿਨ ਵਿੱਚ ਹੀ ਪਾਤੇ ਉਹਨੇ। ਇਹਦਾ ਮਤਲਬ ਹੈ ਐਂਡ ਤੇ ਜਾ ਕੇ ਗੌਰ ਕਰਨਾ ਪਏਗਾ, ਐਂਡ ਤੇ ਜਾ ਕੇ ਤੇ ਉਹ 16 ਦਿਨ ਤੁਹਾਨੂੰ ਪਹਿਲੋਂ ਬੁਲਾ ਲਿਆ ਉਹਨੇ, ਤੇ ਫਿਰ ਉਦੋਂ ਦਰਦਾਂ ਕਿੱਥੋਂ ਆਉਣੀਆਂ? 1 ਨੰਬਰ। ਦੂਜੀ ਗੱਲ ਕਿ ਜੇ ਉਹ 8 ਦਿਨ ਨਪਾਕੀ ਵਾਲੇ, ਉਹਦੇ ਪੀਰੀਅਡਸ ਵਾਲੇ ਜਿਹਦੇ ਚੋਂ ਨਪਾਕ ਔਰਤ, ਤੇ ਅੱਗੇ ਜਿਹੜਾ ਉਹਦਾ 8 ਦਿਨ ਉਹਦੇ ਐਗ ਬਣਨ ਵਾਲੇ, ਇਹ ਹੋ ਗਏ 16 ਦਿਨ। ਤੇ ਅੱਗੋਂ ਜੇ 8 ਦਿਨ ਮੈਂ ਘਰ ਹੀ ਨਹੀਂ ਸੀ, ਅਗਰ ਮੈਂ ਆਪਣੇ ਤੇ ਗੱਲ ਕਰਦਾ ਨਾ, ਮੈਂ ਕਿਸੇ ਦੂਜੇ ਨੂੰ ਕਿਉਂ ਜ਼ਰੂਰ ਕਹਿਣਾ, ਟਾਰਗੇਟ ਨਹੀਂ ਕਰਦਾ, ਮੈਂ ਆਪਣੀ ਗੱਲ ਕਰ ਰਿਹਾ। ਕਿਉਂ? ਅਗਰ ਉਹ ਔਰਤ ਮੇਰੀ ਬੀਵੀ ਸੀ ਤੇ ਅੱਗੋਂ 8 ਦਿਨ ਅੱਗੋਂ ਜਾਂ 5 ਦਿਨ ਜਾਂ 7 ਦਿਨ ਜਾਂ 12 ਦਿਨ ਮੈਂ ਹੀ ਘਰ ਨਹੀਂ ਸੀ, ਮੈਂ ਕਿਧਰੇ ਆਪਣੇ ਸ਼ਹਿਰੋਂ ਬਾਹਰ ਸਾਂ, ਤੇ ਫਿਰ ਮੈਨੂੰ ਇਹ ਦੱਸੋ ਮੈਂ ਉੱਥੋਂ ਕੀ WhatsApp ਕੀਤਾ? ਕੁਝ ਨਹੀਂ ਨਾ। ਤੁਸੀਂ ਬੜੇ ਸ਼ੁਗਲੀ ਹੈ ਵੈਸੇ। ਮੈਂ ਕਹਿੰਦਾ WhatsApp, ਆਹੋ, ਮੈਂ ਉੱਥੋਂ ਵੀ ਸ਼ੇਅਰ ਹਿੱਟ ਕਰਦੀ ਹੈ, ਮੈਂ ਉੱਥੋਂ ਈਮੇਲ ਕਰਤੀ ਹੈ ਕਿ ਉਹ ਪਹੁੰਚ ਗਿਆ ਤੇ ਇੰਝ ਹੋ ਜਾਣਾ। ਜਦੋਂ ਮੈਂ ਘਰ ਹੀ ਨਹੀਂ, ਤੇ ਇਹਦਾ ਮਤਲਬ ਹੈ ਅਗਲੇ 5 ਦਿਨ ਜਾਂ 7 ਦਿਨ ਮੈਂ ਅਗਰ ਰਿਲੇਸ਼ਨ 'ਚ ਹੀ ਨਹੀਂ ਗਿਆ, ਮੈਂ ਹੈ ਹੀ ਨਹੀਂ ਸੀ ਉੱਥੇ, ਤੇ ਫਿਰ ਇਹਦਾ ਮਤਲਬ ਹੈ ਕਿ ਮੈਨੂੰ ਅਗਲੇ ਵੀ 5-7 ਦਿਨ ਜਾਂ 12 ਦਿਨ ਜਾਂ 10 ਦਿਨ ਜਾਂ ਜਿੰਨੇ ਦਿਨ ਮੈਂ ਘਰ ਹੀ ਨਹੀਂ ਸਾਂ, ਤੇ ਉਹ ਵੀ ਮੈਨੂੰ ਵਿੱਚੋਂ ਕੱਢਣੇ ਪੈਣੇ ਨੇ, ਮਾਈਨਸ ਕਰਨੇ ਪੈਣੇ। ਉਹ ਮਾਈਨਸ ਕਰਨਗੇ। ਅਗਰ ਉਹ ਅਸੀਂ ਮਾਈਨਸ ਕਰਕੇ ਉਹਨੂੰ ਅੱਗੇ ਤੁਰੀਏ ਤੇ ਫਿਰ ਪਤਾ ਚੱਲੇਗਾ। ਤੇ ਇਹਦਾ ਮਤਲਬ ਇਹ ਹੈ ਕਿ ਉਹ ਜਿਹੜਾ ਡਾਕਟਰ ਹਿਸਾਬ ਕਿਤਾਬ ਬਣਾਉਂਦਾ ਹੈ ਕਿ ਜੀ ਟਾਈਮ ਪੂਰਾ ਹੋ ਗਿਆ, ਹਾਲਾਂਕਿ ਉਹ ਐਕਚੁਅਲ ਟਾਈਮ ਪੂਰਾ ਨਹੀਂ ਹੋਇਆ ਹੀ ਨਹੀਂ ਹਲੇ, ਤੇ ਉਹ ਕਹਿੰਦੇ ਆ ਕਿ ਜੀ 6-9 ਮਹੀਨੇ ਪੂਰੇ ਹੋ ਗਏ, ਦਰਦਾਂ ਲੱਗੀਆਂ ਹੈਗੀਆਂ, ਟਾਈਮ ਤਾਂ ਪੂਰਾ ਹੈ, ਟਾਈਮ ਪੂਰਾ। ਇਹਦਾ ਮਤਲਬ ਹੈ ਕਿ ਦਰਦਾਂ ਲੱਗਣੀਆਂ ਹੁੰਦੀਆਂ ਨੈਚੁਰਲੀ। ਇਹ ਗੱਲ ਬਣੀ ਹੈ ਕਿ ਦਰਦਾਂ ਲੱਗਦੀਆਂ ਨਹੀਂ ਪਈਆਂ ਤੇ ਟੀਕਾ ਲਾ ਕੇ ਦਰਦਾਂ ਹੋਣ। ਮੈਨੂੰ ਇਹ ਦੱਸੋ, ਦਰਦਾਂ ਉਦੋਂ ਆਉਣੀਆਂ ਨੇ, ਰੱਬ ਭੁੱਲਿਆ ਨਹੀਂ, ਅੱਜ ਵੀ ਰੱਬ ਭੁੱਲਿਆ ਨਹੀਂ, ਨਾ ਭੁੱਲ ਸਕਦਾ, ਨਾ ਉਹ ਐਸਾ, ਉਹ ਤੇ तमाम ਐਬਾਂ ਤੋਂ ਪਾਕ ਹੈ। ਔਰ ਕਮਾਲ ਹੈ, ਉਹ ਰੱਬ ਜਿਹਦਾ ਨਾਂ ਰੱਬ ਹੈ ਨਾ, ਉਹ ਹੌਲੀ ਹੌਲੀ ਨਸ਼ੋਨੁਮਾ ਦੇ ਕੇ ਨਾ ਬੰਦੇ ਨੂੰ ਤੇ ਪ੍ਰਵਾਨ ਚੜਾਉਂਦਾ, ਵਧਾਉਂਦਾ ਤੇ ਹੱਦੇ ਕਮਾਲ ਤੱਕ ਪਹੁੰਚਾਉਂਦਾ, ਉਹ ਰੱਬ ਹੈ। ਉਹ ਜਦੋਂ ਟਾਈਮ ਆਏਗਾ ਨਾ, ਦਰਦਾਂ ਉਦੋਂ ਆਉਣੀਆਂ, ਤੇ ਜਦੋਂ ਹਾਲੇ ਟਾਈਮ ਹੀ ਨਹੀਂ ਆਇਆ, ਉਹਨੇ ਤੁਹਾਨੂੰ 15-20 ਦਿਨ, 16 ਦਿਨ, 25 ਦਿਨ ਪਹਿਲੋਂ ਬੁਲਾ ਲਿਆ, ਤੇ ਫਿਰ ਉਦੋਂ ਦਰਦਾਂ ਕਿੱਥੋਂ ਲੱਭਣੀਆਂ? ਤੇ ਫਿਰ ਉਹਨੇ ਜੇ ਮੇਰੀ ਗੱਲ ਮੰਨ ਲਈ, ਉਹ ਮੀਆਂ ਬੀਬੀ ਨੇ ਅਗਰ ਮੇਰੀ ਗੱਲ ਮੰਨ ਲਈ, ਔਰ ਉਹ ਅੜ ਗਿਆ ਉੱਥੇ ਕਿ ਡਾਕਟਰ ਸਾਹਿਬ ਇਹ ਦਰਦਾਂ ਆਉਣਗੀਆਂ, ਅਸੀਂ ਨਹੀਂ ਇੰਜ ਕਰਾਉਣਾ, ਤੇ ਡਾਕਟਰ ਫਿਰ ਉਹ ਤੇ 1 ਦਿਨ 24 ਘੰਟੇ, 1 ਦਿਨ 2 ਦਿਨ ਕੱਢੂ, ਔਰ ਉਦੋਂ ਬਾਅਦ ਪਤਾ ਕੀ ਆਖੇਗਾ, ਉਹ ਤੁਸੀਂ ਇਹਨੂੰ ਚੁੱਕੋ ਭਾਜੀ ਘਰ ਲੈ ਜਾਓ, ਤੁਸੀਂ ਬੱਚਾ ਬਚਾਉਣਾ ਨਹੀਂ, ਮਾਂ ਬਚਾਉਣੀ, ਪਤਾ ਨਹੀਂ ਬਚਾਉਣੀ, ਲੈ ਜਾਓ, ਅਸੀਂ ਇਸ ਤੋਂ ਬਾਅਦ ਕੇਸ ਨਹੀਂ ਲੈਣਾ, ਸਾਡੇ ਕੋਲ ਨਾ ਲੈ ਕੇ ਆਉਣਾ। ਅੱਛਾ, ਇਹ ਸਿੱਧਾ ਕਹਿ ਦਿੰਦਾ ਉਹ, ਤੇ ਉਹਦੇ ਤੋਂ ਫਿਰ ਉਹ ਵਿਚਾਰਾ ਕੀ ਕਰੇਗਾ? ਉਹ ਕਹਿੰਦਾ ਯਾਰ ਦਰਦਾਂ ਤੇ ਵਾਕਈ ਨਹੀਂ ਆਈਆਂ ਹਾਲੇ ਤੱਕ,
ਤੇ ਟਾਈਮ ਵੀ ਹੋਇਆ ਪਿਆ। ਇਹ ਡਾਕਟਰ ਦੇ ਕਹਿਣ ਦੇ ਉੱਤੇ ਮੈਂ ਇੱਕ ਦਿਨ ਮਤਲਬ ਮੈਨੂੰ ਇਹ ਕਿਸੇ ਪਾਗਲ ਨੇ ਆਖਿਆ ਸੀ ਤੇ ਮੈਂ ਉਹਦੇ ਕਹਿਣ ਤੇ ਰੁਕ ਗਿਆ। ਉਹ ਭਾਈ ਟਾਈਮ ਪੂਰਾ ਤੇ ਹੋਣ ਦਿਓ ਪਹਿਲੇ, ਫਿਰ ਉਹ ਦਰਦਾਂ ਵੀ ਆਉਣਗੀਆਂ। ਜਦੋਂ ਦਰਦਾਂ ਆਉਣਗੀਆਂ, ਅੱਛਾ ਉਹ ਜਿਹੜਾ ਜਦੋਂ ਉਹ ਚੈੱਕ ਕਰਦੇ ਤੇ ਉਹ ਅਲਟਰਾਸਾਊਂਡ ਦੇ ਵਿੱਚ ਪੂਰੀ ਰਿਪੋਰਟ ਨਹੀਂ ਆਉਂਦੀ ਕਿ ਟਾਈਮ ਪੂਰਾ ਨਹੀਂ ਹੈਗਾ, ਇੰਨਾ ਟਾਈਮ ਘੱਟ ਹੈ। ਤੇ ਅਲਟਰਾਸਾਊਂਡ ਕਿਹਨੇ ਬਣਾਉਣਾ? ਡਾਕਟਰ ਨੇ। ਤੇ ਫਿਰ ਉਹਦੀ ਮਰਜ਼ੀ ਹੈ, ਗਲਤ ਬਣਾਉਂਦਾ ਉਹ। ਉਹਨੂੰ ਪਤਾ ਹੁੰਦਾ ਕਿ ਟਾਈਮ ਪੂਰਾ ਨਹੀਂ ਹੈ, ਜਾਣ-ਬੁੱਝ ਕੇ ਗਲਤ ਕਰਦਾ ਉਹ, ਜਾਣ-ਬੁੱਝ ਕੇ ਗਲਤ ਕਰਦਾ ਹੈ ਨਾ। ਨੋਟ। ਅੱਛਾ। ਤੇ ਦੂਜੀ ਗੱਲ ਹੈ ਵੇ ਕਿ ਉਹ ਜਦੋਂ ਦਰਦਾਂ ਆਣੀਆਂ ਨੇ ਨਾ, ਉਦੋਂ ਆਣੀਆਂ ਹੀ ਆਣੀਆਂ ਨੇ। ਉਹਨੂੰ ਅਸੀਂ ਆਉਣ ਤੋਂ ਪਹਿਲੇ ਹੀ ਫਿਰ ਉੱਤੋਂ ਸਾਡੀਆਂ ਅੱਜ ਦੀਆਂ ਔਰਤਾਂ ਨੇ ਇੱਕ ਉਹ ਜਿਹੜਾ ਨਾ ਉਹ ਬਣ ਗਿਆ, ਵੀ ਇੱਕ ਫੈਸ਼ਨ ਬਣ ਗਿਆ ਕਿ ਉਹ ਆਂਦੀ ਹੈ ਲੈ ਟੀਕਾ ਲਵਾ ਕੇ ਤੇ ਦਰਦਾਂ ਫਰੀ ਮੈਂ ਜਿਹੜਾ ਨਾ ਉਹ ਕਰਵਾ ਲੈਣੀ ਹੈ, ਆਪਰੇਸ਼ਨ ਕਰਾ ਲੈਣਾ। ਇੱਕ ਆਪਰੇਸ਼ਨ, ਫਿਰ ਦੂਜਾ, ਅੱਛਾ ਉੱਤੋਂ ਕਹਿੰਦੇ ਨੇ ਇੱਕ ਤੇ ਹੋ ਗਿਆ ਤੇ ਫਿਰ ਅੱਗੋਂ ਦੂਜਾ ਵੀ ਆਪਰੇਸ਼ਨ ਹੀ ਹੋਣਾ, ਤੀਜਾ ਵੀ ਹੋਣਾ, ਚੌਥਾ ਹੋਣਾ। ਇਹ ਕਹਿੰਦੇ ਵੈਸੇ। ਤੇ ਚੌਥੇ ਤੋਂ ਬਾਅਦ 3 ਜਾਂ 4 ਤੋਂ ਬਾਅਦ ਉਹਨਾਂ ਨੇ ਤੁਹਾਡੀ ਯੂਟਰਸ ਕੱਢ ਕੇ ਬਾਹਰ ਸੁੱਟ ਦੇਣੀ, ਕਿਉਂਕਿ ਹੁਣ ਇਸ ਕਾਬਲ ਹੀ ਨਹੀਂ ਰਹੀ। ਉਹਨੂੰ ਕਿੰਨੇ ਕੁ ਇਹ ਵੇ ਤੇ ਇਹਨੂੰ ਇੱਧਰੋਂ ਟੱਕ, ਇੱਕ ਇੱਧਰੋਂ, ਇੱਕ ਉੱਧਰੋਂ, ਇੱਕ ਇੱਧਰੋਂ, 4 ਪਾਸੋਂ ਲੱਗ ਗਿਆ ਤੇ ਮੈਨੂੰ ਦੱਸੋ ਉਸ ਤੋਂ ਬਾਅਦ ਫਿਰ ਬੱਚਾ ਕਿੱਥੋਂ ਪੈਦਾ ਹੋਣਾ? ਫਿਰ ਯੂਟਰਸ ਨੂੰ ਕਿੰਨੇ ਕੁ ਟੱਕ ਲਾਉਣੇ? ਔਰ ਇਹ ਵੀ ਕਿਧਰੇ ਨਹੀਂ ਲਿਖਿਆ ਕਿ ਇੱਕ ਵਾਰੀ ਆਪਰੇਸ਼ਨ ਨਾਲ ਹੋਏ ਤੇ ਦੂਜੀ ਵਾਰੀ ਕਦੀ ਇੱਥੇ ਜੀ ਉਹ ਨਾੜੂ ਲਿਪਟਿਆ ਹੋਇਆ, ਠੀਕ ਹੈ, ਕਦੀ ਬੱਚੇ ਨੇ ਅੰਦਰ ਪੋਟੀ ਕਰਤੀ ਹੈ। ਔਰ ਡਾਕਟਰ, ਮੈਂ ਇੱਕ ਮਰੀਜ਼ ਨੂੰ ਪੁੱਛਿਆ, ਮੈਂ ਕਿਹਾ ਜੀ ਕੀ ਹੋਇਆ? ਕਹਿੰਦਾ ਜੀ ਉਹ ਆਪਰੇਸ਼ਨ ਹੀ ਹੋਇਆ। ਮੈਂ ਕਿਹਾ ਉਹ ਕਿਉਂ? ਕਹਿੰਦਾ ਜੀ ਉਹ ਡਾਕਟਰ ਨੇ ਆਖਿਆ ਬੱਚੇ ਨੇ ਅੰਦਰ ਟੱਟੀ ਕਰਤੀ ਹੈ। ਤੇ ਮੈਂ ਉਹਨੂੰ ਕਿਹਾ ਕਿ ਮੈਂ ਕਿਹਾ ਜੇ ਬੱਚੇ ਨੇ ਅੰਦਰ ਟੱਟੀ ਕਰਤੀ ਤਾਂ ਡਾਕਟਰ ਨੂੰ ਪੁੱਛਣਾ ਸੀ ਉਹਨੂੰ ਬੋ ਕਿੱਥੋਂ ਆਈ ਹੈ। ਕੋਈ ਬਹਾਨਾ ਨਵੇਂ ਤੋਂ ਨਵਾਂ ਕੱਢਣਾ ਅਸੀਂ, ਤੇ ਅਸੀਂ ਸਿਰਫ ਕੀ ਕਰਨਾ, ਢਿੱਡ ਪਾੜਨਾ ਪੈਸੇ ਲੈਣ ਵਾਸਤੇ।